ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਦੀ ਕਿਰਪਾ ਦੇ ਨਾਲ ਆਸ ਕਰਦੇ ਹਾਂ ਕਿ ਆਪ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਗੁਰੂ ਸਾਹਿਬ ਜੀ ਦੇ ਬਚਨ ਹਨ, ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਉਸ ਦੀ ਕਿਰਪਾ ਦੇ ਵਿੱਚ ਕਨੇਰੇ ਸੁਖ ਹਨ। ਸੋ ਅੱਜ ਗੁਰੂ ਪਿਆਰਿਓ, ਅੱਸੂ ਦਾ ਮਹੀਨਾ ਪ੍ਰਵੇਸ਼ ਕੀਤਾ ਹੈ। ਸੰਗਰਾਂਦ ਦਾ ਦਿਨ ਹੈ। ਜਿਵੇਂ ਕਿ ਹਰ ਸੰਗਰਾਂਦ ਵਾਲੇ ਦਿਨ ਅਕਾਲ ਚੈਨਲ 'ਤੇ ਗੁਰਮਤਿ ਸਮਾਗਮ ਸਜਦਾ ਹੈ। ਆਪ ਜੀ ਇਲਾਹੀ ਬਾਣੀ ਸਰਵਣ ਕਰਦੇ ਹੋ। ਸੋ ਅੱਜ ਦੇ ਵਿਸ਼ੇਸ਼ ਇਸ ਸਮਾਗਮ ਦੇ ਵਿੱਚ ਆਪ ਜੀ ਅਕਾਲ ਚੈਨਲ ਤੋਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦ ਜੋ ਅੱਸੂ ਦਾ ਮਹੀਨਾ, ਇਸ ਦੀ ਵਿਚਾਰ ਸਰਵਣ ਕਰੋਗੇ। ਆਪ ਸੰਗਤਾਂ ਤਾਈ ਬੇਨਤੀ ਹੈ ਕਿ ਆਪ ਜੀ ਇਸ ਸਮੇਂ ਦੀ ਸੇਵਾ ਲੈ ਸਕਦੇ ਹੋ, ਇਸ ਸਮੇਂ ਨੂੰ ਸਪਾਂਸਰ ਕਰਵਾ ਸਕਦੇ ਹੋ। ਦੂਸਰਾ, ਆਪ ਜੀ ਅੱਜ ਅਰਦਾਸ ਕਰਵਾਉਣੀ ਚਾਹੁੰਦੇ ਹੋ, ਤੁਹਾਡਾ ਜਨਮ ਦਿਨ ਹੈ, ਤੁਹਾਡੇ ਬੱਚਿਆਂ ਦੇ ਬਰਥਡੇ ਹਨ, ਵੈਡਿੰਗ ਐਨਵਰਸਰੀ ਹੈ, ਬੱਚਿਆਂ ਨੇ ਨਵਾਂ ਘਰ ਲਿਆ ਹੈ, ਜਾਂ ਆਪ ਜੀ ਹੋਰ ਕਿਸੇ ਵੀ ਤਰ੍ਹਾਂ ਦੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰਨੀ ਚਾਹੁੰਦੇ ਹੋ, ਤਾਂ ਸਾਡੇ ਅਕਾਲ ਚੈਨਲ ਦੇ ਨੰਬਰ 'ਤੇ ਆਪ ਜੀ ਫੋਨ ਕਰਕੇ ਆਪਣੀ ਅਰਦਾਸ ਲਿਖਵਾਓ। ਕੜਾਹ ਪ੍ਰਸ਼ਾਦ ਦੀ ਦੇਗ ਵੀ ਸੱਜ ਕੇ ਹਾਜ਼ਰ ਹੈ। ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਅਰਦਾਸ ਦੇ ਵਿੱਚ ਆਪਾਂ ਸਾਰਿਆਂ ਦੇ ਨਾਮ ਲਵਾਂਗੇ। ਸੋ ਜਿਹੜੀਆਂ ਸੰਗਤਾਂ ਅਰਦਾਸ ਕਰਵਾਉਣਾ ਚਾਹਣ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਨਾਮ ਲਿਖਵਾਓ ਸਟੂਡੀਓ ਦੇ ਵਿੱਚ ਫੋਨ ਕਰਕੇ। ਤੇ ਆਓ ਹੁਣ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਮਹੀਨੇ ਦਾ ਪਾਠ ਸਰਵਣ ਕਰੀਏ ਤੇ ਕਥਾ ਸਰਵਣ ਕਰੀਏ। ਸਾਧ ਸੰਗਤ ਜੀ, ਤੇ ਗੁਰੂ ਦੀ ਅਸੀਸ ਬਖਸ਼ੀਸ਼, ਗੁਰੂ ਦੀ ਬਖਸ਼ਿਸ਼ ਦੇ ਸਦਕਾ ਪ੍ਰਾਪਤ ਕਰੀਏ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਸਾਰੇ ਸੀਸ ਝੁਕਾਓ, ਸਾਰੇ ਨਤਮਸਤਕ ਹੋਈਏ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਰੀਏ ਪ੍ਰਣਾਮ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤੇ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਗੁਰੂ ਪਿਆਰਿਓ, ਪਿਆਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੋ ਗੁਰੂ ਸਾਹਿਬ ਜੀ ਨੂੰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਥਕ ਗੁਰੂ ਨਿਸਤਾਰੇ। ਜਿਸ ਕੀ ਓਟ ਤਿਸੈ ਕੀ ਆਸਾ, ਦੁਖ ਸੁਖ ਹਮਰਾ ਤਿਸਹੀ ਪਾਸਾ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਸਨ ਪ੍ਰੇਮ ਓ ਮਹਾੜਾ, ਕਿਉਂ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੇ ਮਾਏ। ਅਸਨ ਪ੍ਰੇਮ ਓ ਮਾਹੜਾ, ਕਿਉਂ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਨੀ,
कोई आन मिलावे माए, संत सहाई प्रेम के, हों तिनकै लागा पाए। बिन प्रभ क्यों सुख पाईऐ, दूजी नाहीं जाए। जिन्नी चाखिया प्रेम रस, से तृप्त रहे आघाए। आप त्याग बिनती करे, लिहो प्रभु लड़ लाए। जो हर कंत मिलाइया, से विछड़ कतह न जाए। प्रभ बिन दूजा को नहीं, नानक हर सरनाए। अस्सु सुखी वसंदियाँ, जिन्ना मिया हर राए। प्रभ बिन दूजा को नहीं, नानक हर सरनाए। अस्सु सुखी वसंदियाँ, जिन्ना मिया हर राए। वाहिगुरु जी का खालसा, वाहिगुरु जी की फतेह। गुरु प्यारी साध संगत जीओ, अज अस्सू का महीना प्रवेश किया है। सचखंड श्री हरमंदर साहिब डिठे सभे थाव, नहीं तुद जिहिया। आप जी जरा क ध्यान धरो, सचखंड श्री हरमंदर साहिब जी का सुरत करके पहुँच जावो। सचखंड श्री हरमंदर साहिब दे विच, दरबार साहिब दे विच, क्योंकि जिहड़ा भी गुरु का प्यार वाला गुरसिख है ना जी, जिथे असी अरदास दे विच श्री ਅੰਮ੍ਰਿਤਸਰ ਸਾਹਿਬ जी दे ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੇ ਦਰਸ਼ਨ ਦੀਦਾਰ ਦੀ ਗੱਲ ਕਰਦੇ ਆ, ਤੇ ਗੁਰੂ ਦਾ ਸਿੱਖ ਸੁਰਤ ਕਰਕੇ ਪਹੁੰਚ ਜਾਂਦਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਸੋ ਉਸ ਅਸਥਾਨ ਤੋਂ ਵੀ ਸੰਗਤਾਂ ਨੇ ਮਹੀਨੇ ਦਾ ਪਾਠ ਸਰਵਣ ਕੀਤਾ। ਸਾਡੇ ਜਿੰਨੇ ਵੀ ਤਖਤ ਸਾਹਿਬਾਨ ਹਨ, ਉਹਨਾਂ ਤੋਂ ਇਤਿਹਾਸਕ ਜਿਹੜੇ ਗੁਰੂ ਅਸਥਾਨ ਹਨ, ਉਹਨਾਂ ਤੋਂ ਵੀ ਸੰਗਤਾਂ ਬੜੇ ਪਿਆਰ ਦੇ ਨਾਲ ਮਹੀਨੇ ਦਾ ਪਾਠ ਸਰਵਣ ਕਰਦੀਆਂ ਹਨ। ਤੇ ਗੁਰੂ ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 12 ਮਹਾਂ ਇਹ ਪਾਵਨ ਪਵਿੱਤਰ ਬਾਣੀਆਂ ਦਰਜ ਹਨ। ਇੱਕ 12 ਮਹਾਂ ਜਿਸ ਦੇ ਵਿੱਚੋਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਰਾਗ ਮਾਝ ਦੇ ਵਿੱਚ ਉਚਾਰਨ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 133 ਤੋਂ ਇਸ ਬਾਣੀ ਦੀ ਆਰੰਭਤਾ ਹੈ ਅਤੇ 136 ਪੰਨੇ ਤੇ ਇਸ ਬਾਣੀ ਦੀ ਸੰਪੂਰਨਤਾ ਹੈ। ਇਸ ਬਾਣੀ ਦੇ ਵਿੱਚ ਕੁੱਲ ਸ਼ਬਦ ਜਿਹੜੇ ਹਨ ਮਹਾਰਾਜ ਜੀ ਦੇ, ਉਹ ਹਨ 14। ਹੁਣ ਮਹੀਨੇ 12 ਨੇ, ਪਰ ਇਸ ਬਾਣੀ ਦੇ ਵਿੱਚ ਸ਼ਬਦ ਜਿਹੜੇ ਨੇ ਉਹ ਟੋਟਲ 14 ਨੇ, ਕਿਉਂਕਿ ਜਿਹੜਾ ਪਹਿਲਾ ਸ਼ਬਦ ਅਤੇ ਅਖੀਰਲਾ ਸ਼ਬਦ ਹੈ ਨਾ ਜੀ 12 ਮਹਾਂ ਦੇ ਵਿੱਚ, ਉਹ ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈਦਸ ਭਰਮੇ ਥਕ ਆਏ ਪ੍ਰਭ ਕੀ ਸਾਮ। ਪਹਿਲੇ ਸ਼ਬਦ ਦੀ ਸ਼ੁਰੂਆਤ ਇੱਥੋਂ ਹੈ, ਕਿਰਤ ਕਰਮ ਕੇ ਵਿਛੜੇ। ਫਿਰ ਸਾਧ ਸੰਗਤ ਜੀ, ਜਦੋਂ ਮਹੀਨਿਆਂ ਦੀ ਆਰੰਭਤਾ ਹੋਈ ਤੇ ਦੇਸੀ ਮਹੀਨਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਮਹੀਨਾ ਹੈ ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਘਨਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਨਾ। ਦੇਸੀ ਮਹੀਨਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਮਹੀਨਾ ਚੇਤ ਦਾ ਹੈ, ਚੇਤਰ ਦਾ ਹੈ, ਤੇ ਸਭ ਤੋਂ ਅਖੀਰਲਾ ਮਹੀਨਾ ਫੱਗਣ ਦਾ ਹੈ। ਫਲਗੁਨ ਆਨੰਦ ਉਪਾਰਜਨਾ,
ਹਰ ਸੱਜਣ ਪ੍ਰਗਟੇ ਆਏ। ਇਹ ਸਾਧ ਸੰਗਤ ਜੀ ਅਖੀਰਲਾ ਮਹੀਨਾ ਤੇ ਪਹਿਲਾ ਸ਼ਬਦ ਜਿਹੜਾ ਉਹ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਇਸ ਬਾਣੀ ਦੇ ਵਿੱਚ ਜਿਹੜਾ ਸਭ ਤੋਂ ਅਖੀਰਲਾ ਸ਼ਬਦ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹੁਣ ਆਪ ਜੀ ਨੇ ਇਹ ਸਰਵਣ ਕਰ ਲਿਆ ਵੀ ਇਹ ਰਾਗ ਮਾਝ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ 12 ਮਹਾ ਹੈ। ਦੂਸਰਾ 12 ਮਹਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ। ਤੇ ਇਹ 12 ਮਹਾ ਰਾਗ ਤੁਖਾਰੀ ਦੇ ਵਿੱਚ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਭਾਇਮਾਨ ਹੈ। ਤੇ ਸਿੱਖ ਜਗਤ ਦੇ ਵਿੱਚ ਟੋਟਲ 3 12 ਮਹਾ ਹਨ। 2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਇੱਕ 12 ਮਹਾ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਹੁਣ ਅੱਜ ਜਿਹੜੇ ਸਤਿਗੁਰੂ ਸਾਹਿਬ ਜੀ ਨੇ ਮਹੀਨਿਆਂ ਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਇਹ ਤੇ ਗੱਲ ਸਪਸ਼ਟ ਹੈ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਸੰਗਰਾਂਦੀ ਸਿੱਖ ਨਹੀਂ। ਗੁਰੂ ਦੇ ਸਿੱਖ ਨੇ ਕੇਵਲ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਨਹੀਂ ਜਾਣਾ। ਸੰਗਰਾਂਦ ਤੋਂ ਭਾਵ ਸੰਸਕ੍ਰਿਤ ਦਾ ਸ਼ਬਦ ਸੰਕਰਾਂਤ ਹੈ, ਜਿਸ ਤੋਂ ਭਾਵ ਹੈ ਸੂਰਜ ਜਦੋਂ ਇੱਕ ਰਾਸ ਤੋਂ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਉਸ ਨੂੰ ਉਹ ਸੰਗਰਾਂਦ ਕਹਿੰਦੇ। ਤੇ ਸੰਗਰਾਂਦ ਦਾ ਦਿਨ ਉਹਨਾਂ ਵਾਸਤੇ ਬੜਾ ਪਵਿੱਤਰ ਮੰਨਿਆ ਜਾਂਦਾ ਹੈ, ਜਿਹੜੇ ਜਦੋਂ ਸੂਰਜ ਚੜ੍ਹਦਾ ਤੇ ਸੂਰਜ ਚੜ੍ਹਦੇ ਨੂੰ ਪਾਣੀ ਦਿੰਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਪਰ ਗੁਰੂ ਦੇ ਸਿੱਖ ਦੇ ਵਾਸਤੇ ਤੇ ਹਦਾਇਤ ਹੈ, ਗੁਰੂ ਦੇ ਸਿੱਖਾ ਤੇਰੇ ਵਾਸਤੇ ਨਿਤ ਹੀ ਸੰਗਰਾਂਦ ਹੈ। ਤੂੰ ਨਿਤ ਹੀ ਗੁਰੂ ਦੇ ਦਰਸ਼ਨ ਕਰਦੇ ਨੇ, ਤੂੰ ਨਿਤ ਹੀ ਸਤ ਸੰਗਤ ਦੇ ਵਿੱਚ ਜਾਣਾ ਹੈ, ਤੂੰ ਨਿਤ ਹੀ ਗੁਰਬਾਣੀ ਪੜ੍ਹਨੀ ਹੈ। ਇਸੇ ਕਰਕੇ ਗੁਰੂ ਦੇ ਸਿੱਖ ਨੂੰ ਸ਼ਬਦ ਮਿਲ ਗਿਆ ਨਿਤਨੇਮ। ਨਿਤਨੇਮ ਤੋਂ ਭਾਵ ਕੀ ਹੈ? ਨਿਤਾ ਪ੍ਰਤੀ ਕਰਨ ਵਾਲਾ ਕਰਮ, ਜਿਸ ਨੂੰ ਹਰ ਰੋਜ਼ ਕੀਤਾ ਜਾਵੇ, ਨਿਤਾ ਪ੍ਰਤੀ ਕੀਤਾ ਜਾਵੇ, ਉਸ ਨੂੰ ਨਿਤਨੇਮ ਕਹਿ ਦਿੱਤਾ। ਗਰੀਬ ਨਿਵਾਸ ਸਤਿਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਜਦੋਂ ਸਿੱਖ ਦੀ ਤਸਵੀਰ, ਸਿੱਖ ਦਾ ਜੀਵਨ ਸਾਹਿਬ ਜੀ ਸਾਡੇ ਸਾਹਮਣੇ ਰੱਖਦੇ ਨੇ ਤਾਂ ਗੁਰੂ ਸਾਹਿਬ ਜੀ ਦੇ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਗੁਰੂ ਸਾਹਿਬ ਜੀ ਦੇ ਬਚਨ ਹੈ ਬੜੇ ਪਿਆਰ ਵਾਲੇ, ਹੈ ਬੜੇ ਸੁਖੈਨ। ਤੇ ਗੁਰੂ ਸਾਹਿਬ ਜੀ ਦੇ ਇਹ ਜਿਹੜੇ ਬਚਨ ਨੇ ਨਾ ਜੀ, ਹਰ ਇੱਕ ਦੀ ਸਮਝ ਦੇ ਵਿੱਚ ਆ ਜਾਣ ਵਾਲੇ ਨੇ। ਕੋਈ ਕਠਿਨ ਸ਼ਬਦ ਨਹੀਂ, ਕੋਈ ਔਖਾ ਸ਼ਬਦ ਨਹੀਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਭਲਕ ਸ਼ਬਦ ਲਿਖਿਆ ਹੈ ਵੀ ਭਲਕ ਵੇਲੇ, ਪ੍ਰਭਾਤ ਵੇਲੇ। ਇਹ ਨਹੀਂ ਵੀ ਜਦੋਂ ਟਾਈਮ ਲੱਗੇ ਉਦੋਂ ਇਸ਼ਨਾਨ ਕਰ ਲਿਆ, ਜਦੋਂ ਟਾਈਮ ਲੱਗੇਗਾ ਉਦੋਂ ਨਾਮ ਜਪ ਲਵਾਂਗੇ। ਨਹੀਂ, ਵੇਲਿਆਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਵੇਲਾ, ਸਭ ਤੋਂ ਉੱਤਮ ਵੇਲਾ ਅੰਮ੍ਰਿਤ ਵੇਲਾ ਹੈ। ਗੁਰੂ ਸਾਹਿਬ ਜੀ ਦੇ ਬਚਨ ਨੇ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਸ ਲਈ ਗੁਰੂ ਦੇ ਸਿੱਖਾ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਆਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਗੁਰੂ ਸਾਹਿਬ ਜੀ ਨੇ ਗੁਰਸਿੱਖ ਨੂੰ ਜੀਵਨ ਦਿੱਤਾ, ਜੀਵਨ ਦੀ ਮਰਿਆਦਾ ਦੱਸੀ, ਜੀਵਨ ਦੀ ਤਰਤੀਬ ਦੱਸੀ ਕਿ ਗੁਰਸਿੱਖ ਨੇ ਜੀਵਨ ਜਿਉਣਾ ਕਿਵੇਂ ਹੈ। ਪਰ ਬਹੁਤ ਲੋਕ ਐਸੇ ਨੇ ਜਿਨ੍ਹਾਂ ਦੇ ਜੀਵਨ ਦੀ ਮਰਿਆਦਾ ਬਣਦੀ ਨਹੀਂ, ਜਿਨ੍ਹਾਂ ਦੇ ਜੀਵਨ ਦੀ ਤਰਤੀਬ ਬਣਦੀ ਨਹੀਂ, ਜਿਨ੍ਹਾਂ ਦਾ ਜੀਵਨ ਕਿਸੇ ਡਿਸਪਲਿਨ ਦੇ ਵਿੱਚ ਆਉਂਦਾ ਹੀ ਨਹੀਂ।
ਤੇ ਉਹਨਾਂ ਦਾ ਜੀਵਨ ਅਜਾਈਂ ਚਲਿਆ ਜਾਂਦਾ, ਵਿਅਰਥ ਚਲਿਆ ਜਾਂਦਾ। ਇਸ ਕਰਕੇ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਤੇ ਆਓ ਅੱਜ ਅੱਸੂ ਦਾ ਮਹੀਨਾ ਪ੍ਰਵੇਸ਼ ਕੀਤਾ ਨਾ ਜੀ, ਤੇ ਆਪਾਂ ਸੇਧ ਕੀ ਲੈਣੀ ਹੈ। ਆ ਜਿਹੜੇ ਹਰ ਮਹੀਨੇ ਅਕਾਲ ਚੈਨਲ ਤੇ ਸਮਾਗਮ ਰੱਖਿਆ ਜਾਂਦਾ ਹੈ, ਇਸ ਦਾ ਮਨੋਰਥ ਕੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਤੋਂ ਆਪਾਂ ਸੇਧ ਲੈਣੀ ਹੈ ਕਿ ਸਤਿਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਸਤਿਗੁਰੂ ਜੀ ਸਾਨੂੰ ਸ਼ਬਦ ਦੇ ਵਿੱਚ ਦੱਸਦੇ ਕੀ ਨੇ। ਮਹੀਨੇ ਦਾ ਉਪਦੇਸ਼ ਸੰਦੇਸ਼ ਕੀ ਹੈ ਸਤਿਗੁਰੂ ਸਾਹਿਬ ਜੀ ਦਾ, ਜੋ ਸਤਿਗੁਰੂ ਜੀ ਸਾਡੀ ਸਮਝ ਦੇ ਵਿੱਚ ਪਾਉਣਾ ਚਾਹੁੰਦੇ ਨੇ, ਜੋ ਸਤਿਗੁਰੂ ਜੀ ਸਾਨੂੰ ਜੀਵਨ ਦਾ ਮਾਰਗ ਦੱਸਣਾ ਚਾਹੁੰਦੇ ਨੇ। ਹੁਣ ਜਰਾ ਕੁ ਦੇਖੋ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਕੁਦਰਤ ਦੇ ਵੱਲ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸਤਿਗੁਰੂ ਤੇਰੇ ਤੂੰ ਬਲਿਹਾਰ ਬਲਿਹਾਰ ਜਾਈਏ, ਵਾਹਿਗੁਰੂ ਤੇਰੇ ਤੂੰ ਸਦਕੇ ਸਦਕੇ ਜਾਈਏ। ਤੂੰ ਇਹ ਕੁਦਰਤ ਬਣਾਈ ਹੈ, ਕਿਸ ਤਰ੍ਹਾਂ ਦੀ ਕੁਦਰਤ ਸਾਜੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ। ਹੁਣ ਇਹਦੇ ਵਿੱਚ ਦੇਖੋ ਜੇਠ ਦਾ ਮਹੀਨਾ ਆਇਆ, ਅਤੀ ਤਪਸ਼ ਵਾਲਾ ਮਹੀਨਾ ਹੈ। ਹਾੜ ਦਾ ਮਹੀਨਾ ਆਇਆ, ਅਤੀ ਤਪਸ਼ ਵਾਲਾ ਮਹੀਨਾ ਹੈ। ਹੁਣ ਦੇਖੋ ਹਰ ਇੱਕ ਮਹੀਨੇ ਦੇ ਵਿੱਚ ਆਪਣਾ ਸੁਭਾਅ ਚੇਂਜ ਹੋ ਜਾਂਦਾ ਹੈ। ਜੇਠ ਗਿਆ, ਹਾੜ ਦੇ ਵਿੱਚ ਹੋਰ ਤਬਦੀਲੀ ਆ ਗਈ। ਫਿਰ ਹਾੜ ਤੋਂ ਬਾਅਦ ਵਿੱਚ ਸੌਣ ਭਾਦਰੂ ਦੇ ਵਿੱਚ ਸਾਵਣ ਦਾ ਮੌਸਮ ਹੋਰ ਹੁੰਦਾ, ਤਬਦੀਲ ਹੋ ਜਾਂਦਾ ਹੈ। ਭਾਦਰੂ ਦਾ ਮੌਸਮ ਹੋਰ ਤਬਦੀਲ ਹੋ ਜਾਂਦਾ ਹੈ। ਜਿਹੜੀ ਜੇਠ ਤੇ ਹਾੜ ਦੇ ਵਿੱਚ ਗਰਮੀ ਸੀ, ਭਾਵੇਂ ਟੈਂਪਰੇਚਰ ਤੇ ਉਹ ਘਟ ਗਿਆ, ਡਿਗਰੀ ਤਾਂ ਘਟ ਗਈ, ਤਾਪਮਾਨ ਤਾਂ ਘਟ ਗਿਆ। ਜੇ ਜੇਠ ਹਾੜ ਦੇ ਵਿੱਚ 40-45 ਡਿਗਰੀ ਸੀ ਤੇ ਉਹ ਭਾਦਰੂ ਦੇ ਵਿੱਚ 30-35 ਤੇ ਆ ਗਿਆ। ਪਰ ਭਾਦਰੂ ਦਾ ਮਹੀਨਾ ਜੇਠ ਹਾੜ ਦੀ ਗਰਮੀ ਦੇ ਨਾਲੋਂ ਵੀ ਮਨੁੱਖ ਨੂੰ ਜ਼ਿਆਦਾ ਪਰੇਸ਼ਾਨ ਕਰਦਾ ਹੈ। ਭਾਵੇਂ ਕਿ ਡਿਗਰੀ ਘਟ ਗਈ ਹੈ, ਤਾਪਮਾਨ ਘਟ ਗਿਆ, ਸੂਰਜ ਦੀ ਤਪਸ਼ ਘਟ ਗਈ ਹੈ, ਪਰ ਭਾਦਰੂ ਦਾ ਮਹੀਨਾ ਹੋਰ ਮਨੁੱਖ ਨੂੰ ਪਰੇਸ਼ਾਨ ਕਰਦਾ ਹੈ। ਹਰ ਇੱਕ ਮਹੀਨੇ ਤੋਂ ਬਾਅਦ ਇਹ ਕੁਦਰਤੀ ਚੇਂਜਸ ਆਉਂਦੀ ਹੈ, ਤਬਦੀਲੀ ਆਉਂਦੀ ਹੈ। ਹੁਣ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਤੁਸੀਂ ਦੇਖੋ ਬੜਾ ਠੰਡਕ ਦਾ ਮਹੀਨਾ ਹੈ, ਠੰਡ ਹੈ। ਜਦੋਂ ਫੱਗਣ ਦਾ ਮਹੀਨਾ ਆਉਂਦਾ ਹੈ, ਫੱਗਣ ਦੇ ਮਹੀਨੇ ਦਾ ਵੀ ਮੌਸਮ ਚੇਂਜ ਹੋ ਜਾਂਦਾ, ਤਬਦੀਲ ਹੋ ਜਾਂਦਾ, ਤਬਦੀਲੀ ਆ ਜਾਂਦੀ ਹੈ। ਪਰ ਹੱਦ ਹੋ ਗਈ। ਜੇਠ ਨੇ ਆਪਣਾ ਸੁਭਾਅ ਛੱਡ ਦਿੱਤਾ, ਹਾੜ ਨੇ ਆਪਣਾ ਸੁਭਾਅ ਛੱਡ ਦਿੱਤਾ, ਸੌਣ ਨੇ ਆਪਣਾ ਸੁਭਾਅ ਛੱਡ ਦਿੱਤਾ, ਭਾਦਰੂ ਨੇ ਆਪਣਾ ਸੁਭਾਅ ਛੱਡ ਦਿੱਤਾ। ਤੇ ਅੱਸੂ ਦੇ ਮਹੀਨੇ ਦੇ ਵਿੱਚ ਆ ਕੇ ਕੁਝ ਟਿਕਾ ਮਿਲਦਾ ਨਾ, ਕੁਝ ਰਾਹਤ ਮਿਲਦੀ ਹੈ, ਕੁਝ ਆਰਾਮ ਮਿਲਦਾ ਹੈ। ਮਨੁੱਖ ਕੁਝ ਧੁੱਪ ਤੋਂ, ਕੁਝ ਗਰਮੀ ਤੋਂ ਰਾਹਤ ਪ੍ਰਾਪਤ ਕਰਦਾ ਹੈ। ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਨਾ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਇੱਕ ਜੀਵਨ ਦਾ ਬੈਲੈਂਸ ਬਣ ਜਾਂਦਾ ਹੈ। ਪਰ ਇਹ ਮਨੁੱਖ, ਸਤਿਗੁਰੂ ਜੀ ਕਹਿੰਦੇ ਨੇ, ਇਹ ਮਨੁੱਖ ਜਦੋਂ ਮੈਂ ਤੇਰੇ ਵੱਲ ਤੱਕਦਾ ਵਾਂ ਤੇ ਤੇਰੇ ਵੱਲ ਤੱਕ ਕੇ ਹੈਰਾਨ ਹੋਣਾ ਕਿ ਤੇਰੇ ਜੀਵਨ ਦੇ ਵਿੱਚ ਤਬਦੀਲੀ ਆਈ ਨਹੀਂ। ਤੇਰੇ ਜੀਵਨ ਦੇ ਵਿੱਚ, ਤੇਰੇ ਸੁਭਾਅ ਦੇ ਵਿੱਚ ਤਬਦੀਲੀ ਆਈ ਨਹੀਂ। ਕਿ ਮਨੁੱਖ ਦੇ ਅੱਸੂ ਦੇ ਮਹੀਨੇ ਦੇ ਵਿੱਚ ਗਰਮੀ ਵੀ ਘਟ ਗਈ, ਸੂਰਜ ਦੀ ਤਪਸ਼ ਵੀ ਘਟ ਗਈ, ਠੰਡ ਵੀ ਨਹੀਂ ਹੈ। ਇੱਕ ਬਰਾਬਰਤਾ ਵਾਲਾ ਜੀਵਨ ਜਾਂ ਮੌਸਮ ਜਿਹਾ ਬਣ ਗਿਆ। ਤੇ ਇਹ ਮਨੁੱਖ ਕੀ ਤੇਰੇ ਜੀਵਨ ਦੇ ਵਿੱਚ ਟਿਕਾ ਬਣਿਆ? ਨਹੀਂ, ਇਸ ਦੇ ਜੀਵਨ ਦੇ ਵਿੱਚ ਟਿਕਾ ਬਣਦਾ ਹੀ ਨਹੀਂ। ਮਨੁੱਖ ਦੇ ਜੀਵਨ ਦੇ ਵਿੱਚ, ਮਨੁੱਖ ਦੇ ਸੁਭਾਅ ਦੇ ਵਿੱਚ ਕਦੀ ਪੋਹ ਵਰਗੀ ਠੰਡਕ ਆਉਂਦੀ ਹੈ, ਪੋਹ ਵਰਗੀ ਸ਼ਾਂਤੀ ਆਉਂਦੀ ਹੈ? ਮਨੁੱਖ ਦੇ ਜੀਵਨ ਦੇ ਵਿੱਚ ਕਦੀ ਫੱਗਣ ਵਰਗਾ ਮੌਸਮ ਬਣਦਾ? ਨਹੀਂ ਬਣਦਾ। ਮਨੁੱਖ ਦੇ ਅੰਦਰ ਤਾਂ ਹਮੇਸ਼ਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਇੰਜ ਕਹਿ ਲਓ ਕਿ ਮਨੁੱਖ ਦੇ ਜੀਵਨ ਦੇ ਵਿੱਚ ਤਾਂ ਹਮੇਸ਼ਾ ਜੇਠ ਤੇ ਹਾੜ ਹੀ ਬਣਿਆ ਰਹਿੰਦਾ। ਜੀਵਨ ਤਬਦੀਲ ਨਹੀਂ ਹੋਇਆ। ਕਿ ਮਨੁੱਖ ਦੇ ਜੀਵਨ ਦੇ ਵਿੱਚ ਕਦੀ ਬਸੰਤ ਆਈ? ਇਸ ਦੇ ਜੀਵਨ ਦੇ ਵਿੱਚ ਕਦੀ ਖੇੜਾ ਆਇਆ? ਸਾਹਿਬ ਜੀ ਕਹਿੰਦੇ ਨੇ ਉਹ ਵਿਰਲੇ ਨੇ, ਇਹ ਨਹੀਂ ਪਏ ਸਾਰੇ ਇੱਕ ਜੈਸੇ ਨਹੀਂ, ਉਹ ਵਿਰਲੇ ਨੇ ਜਿਨ੍ਹਾਂ ਨੇ ਇਸ ਜੀਵਨ ਦੇ ਭੇਦ ਨੂੰ ਸਮਝ ਲਿਆ
ਤੇ ਸਤਿਗੁਰੂ ਕਿੰਨੇ ਕੁ ਨੇ? ਸਾਹਿਬ ਜੀ ਕਹਿੰਦੇ ਨੇ, ਕਹੋ ਨਾਨਕ ਕੋਟਨ ਮੈਂ ਕਹੂੰ, ਭਜਨ ਰਾਮ ਕੋ ਪਾਵੇ। ਕੋਈ ਕਰੋੜਾਂ ਵਿੱਚੋਂ ਇੱਕ ਜਿਹੜਾ ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ। ਸੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਇਹ ਜੋ ਅੱਸੂ ਦੇ ਮਹੀਨੇ ਦਾ ਸਾਹਿਬ ਜੀ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ, ਰਹਿਮਤ ਕੀਤੀ ਹੈ। ਸਾਹਿਬ ਜੀ ਨੇ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕੀਤੀ ਹੈ। ਆਓ ਬੜੇ ਪਿਆਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਕਿਉਂਕਿ ਸਾਧ ਸੰਗਤ ਜਦੋਂ ਗੁਰੂ ਦੇ ਬਚਨ ਆਪਾਂ ਸੁਣਨੇ ਨੇ, ਜਦੋਂ ਗੁਰੂ ਦੇ ਬਚਨ ਆਪਾਂ ਨੇ ਪੜ੍ਹਨੇ ਨੇ, ਜਦੋਂ ਗੁਰਬਾਣੀ ਦਾ ਪਾਠ ਕਰਨਾ ਹੈ, ਤੇ ਇਸ ਨੂੰ ਬੋਝ ਸਮਝ ਕੇ ਨਹੀਂ ਕਰਨਾ। ਜਦੋਂ ਵੀ ਤੁਸੀਂ ਗੁਰੂ ਪਿਆਰਿਓ ਨਿਤਨੇਮ ਕਰਦੇ ਹੋ, ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਜਾਂ ਹੋਰ ਬਾਣੀ ਪੜ੍ਹਦੇ ਹੋ, ਤੇ ਬੋਝ ਸਮਝ ਕੇ ਨਹੀਂ, ਇਹਨੂੰ ਮੁਸਕਰਾ ਕੇ ਹਰ ਜਨ ਗੁਣ ਗਾਵਤ ਹੱਸਿਆ। ਸਾਹਿਬ ਜੀ ਕਹਿੰਦੇ ਨੇ ਹਰੀ ਪ੍ਰਮਾਤਮਾ ਦਾ ਸੇਵਕ ਜਿਹੜਾ ਨਾ, ਉਹ ਪ੍ਰਭੂ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਹੱਸਦਾ ਹੈ, ਮੁਸਕਰਾਉਂਦਾ ਹੈ, ਖੁਸ਼ ਹੁੰਦਾ ਹੈ। ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹਨਾ, ਕੋਈ ਬੋਝ ਸਮਝ ਕੇ ਨਹੀਂ। ਤੇ ਆਓ ਪਿਆਰ ਦੇ ਨਾਲ ਸਰਵਣ ਕਰੋ ਜੀ। ਅਸਨ ਪ੍ਰੇਮ ਓ ਮਹਾੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਨੀ, ਕੋਈ ਆਨ ਮਿਲਾਵੇ ਮਾਏ। ਹੁਣ ਕੁਝ ਕੁ ਸ਼ਬਦ ਦੇ ਵਿੱਚ ਆਏ ਨੇ, ਜਿਵੇਂ ਉਮਾੜਾ ਸ਼ਬਦ ਹੈ। ਉਮਾੜਾ ਸ਼ਬਦ ਤੋਂ ਭਾਵ ਹੈ ਉਛਾਲਾ ਆਣਾ, ਉਮਾ ਪੈਦਾ ਹੋਣਾ, ਉਬਾਲਾ ਆਣਾ, ਅੰਦਰ ਇੱਕ ਚਾਹਤ ਪੈਦਾ ਹੋਣੀ, ਅੰਦਰ ਇੱਕ ਤਾਂਗ ਪੈਦਾ ਹੋਣੀ। ਤੇ ਦਰਸ਼ਨ ਪਿਆਸ ਘਨੀ, ਮਨ ਤਨ ਪਿਆਸ ਦਰਸ਼ਨ ਘਨੀ। ਘਨੀ ਤੋਂ ਭਾਵੇਂ ਬਹੁਤੀ। ਕੋਈ ਆਨ ਮਿਲਾਵੇ ਮਾਏ। ਮਾਏ ਸ਼ਬਦ ਮਾਂ ਵਾਸਤੇ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਹਾਏ ਮਾਂ। ਮਾਂ ਸ਼ਬਦ ਬੜਾ ਪਿਆਰਾ ਹੈ। ਤੇ ਮਨੁੱਖ ਮਾਂ ਸ਼ਬਦ ਤੇ ਰੱਬ ਸ਼ਬਦ ਉਸ ਵੇਲੇ ਵਰਤਦਾ ਹੈ ਜਦੋਂ ਕੋਈ ਬੜੀ ਭੇਤ ਵਾਲੀ ਗੱਲ, ਕੋਈ ਦੁੱਖ ਵਾਲੀ ਗੱਲ ਹੋਵੇ ਨਾ, ਕਹਿੰਦਾ ਹਾਏ ਰੱਬਾ, ਜਾਂ ਕਹਿੰਦਾ ਹਾਏ ਮਾਂ। ਭਾਵੇਂ ਮਾਂ ਨੂੰ ਗਿਆ ਨੂੰ ਕਿਤਨੇ ਸਾਲ ਹੋ ਗਏ ਹੁਣ, ਇਸ ਦੁਨੀਆ ਤੋਂ ਅਲਵਿਦਾ ਹੋ ਗਈ ਹੋਵੇ, ਚਲੀ ਗਈ ਹੋਵੇ, ਫਿਰ ਵੀ ਮਨੁੱਖ ਦੇ ਮੂੰਹ ਦੇ ਵਿੱਚੋਂ ਸੁਭਾਵਿਕ ਮਾਂ ਸ਼ਬਦ ਨਿਕਲਦਾ। ਤੇ ਸਤਿਗੁਰੂ ਜੀ ਨੇ ਇਸ ਅੱਸੂ ਦੇ ਮਹੀਨੇ ਦਾ ਉਪਦੇਸ਼ ਦਿੱਤਾ। ਅਸਨ ਪ੍ਰੇਮ ਓ ਮਹਾੜਾ, ਕਿਉਂ ਮਿਲੀਐ ਹਰ ਜਾਏ। ਜਾਏ ਤੋਂ ਭਾਵੇਂ ਜਗ੍ਹਾ, ਥਾਂ। ਫਿਰ ਮੇਰੇ ਅੰਦਰ ਪ੍ਰੇਮ ਦਾ ਉਮਾੜਾ ਤੇ ਆਇਆ, ਪ੍ਰੇਮ ਦਾ ਉਬਾਲਾ ਤੇ ਆਇਆ, ਪ੍ਰੇਮ ਦਾ ਉਛਾਲ ਤੇ ਆਇਆ ਅੱਸੂ ਦੇ ਵਿੱਚ। ਪਰ ਕਿਸ ਜਗ੍ਹਾ ਤੇ ਜਾ ਕੇ ਮਿਲਿਆ ਜਾਵੇ, ਕਿਵੇਂ ਮਿਲਿਆ ਜਾਵੇ? ਸਾਧ ਸੰਗਤ ਜਿਸ ਨੂੰ ਮਿਲਣ ਵਾਸਤੇ ਜਾਣਾ ਹੈ, ਉਹਦਾ ਕੋਈ ਪਤਾ ਵੀ ਚਾਹੀਦਾ ਨਾ, ਉਹਦਾ ਐਡਰੈਸ ਵੀ ਚਾਹੀਦਾ। ਜਿਸ ਜਗ੍ਹਾ ਤੇ ਤੁਸੀਂ ਜਾਣਾ ਹੈ, ਕਿਸ ਜਗ੍ਹਾ ਤੇ ਜਾਣਾ ਹੈ, ਉਹਦਾ ਪਤਾ ਕੀ ਹੈ, ਉਹਦਾ ਐਡਰੈਸ ਕੀ ਹੈ, ਉਹਦਾ ਪੋਸਟ ਕੋਡ ਕੀ ਹੈ, ਉਹਦਾ ਘਰ ਦਾ ਨੰਬਰ ਕੀ ਹੈ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਉਸ ਪ੍ਰਭੂ ਦਾ ਦਰ ਕਿਸ ਤਰ੍ਹਾਂ ਦਾ ਹੈ, ਉਸ ਪ੍ਰਭੂ ਦਾ ਘਰ ਕਿਸ ਤਰ੍ਹਾਂ ਦਾ ਹੈ, ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸਾਧ ਸੰਗਤ ਜੀ ਸੰਭਾਲ ਕਰ ਰਿਹਾ। ਤੇ ਇਵੇਂ ਹੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਕਿਵੇਂ ਉਸ ਪਰਮਾਤਮਾ ਨੂੰ ਮਿਲੀਏ, ਕਿਸ ਜਗ੍ਹਾ ਤੇ ਮਿਲੇਗਾ। ਮਨ ਤਨ ਪਿਆਸ ਦਰਸ਼ਨ ਘਨੀ, ਕੋਈ ਆਨ ਮਿਲਾਵੇ ਮਾਏ। ਮੇਰੇ ਮਨ ਅਤੇ ਮੇਰੇ ਤਨ ਦੇ ਵਿੱਚ ਪ੍ਰਭੂ ਜੀ ਦੇ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਘਨੀ ਪਿਆਸ ਲੱਗੀ ਹੋਈ ਹੈ। ਕਿਸ ਤਰ੍ਹਾਂ ਦੀ ਅਵਸਥਾ ਬਣੀ ਹੋਈ ਹੈ ਜੀ? ਦਰਸ ਤੇਰੇ ਕੀ ਪਿਆਸ ਮਨ ਲਾਗੀ, ਤੋਰ ਭਜਨ ਕੀ ਰਹੇ ਪਿਆਸਾ। ਕਲਗੀਧਰ ਪਾਤਸ਼ਾਹ ਜੀ ਤੇ ਗੁਰੂ ਸਾਹਿਬ ਜੀ ਦੇ ਬਚਨ ਨੇ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜਿਓ। ਹੇ ਮਾਲਕਾ, ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਕੋਈ ਆਨ ਮਿਲਾਵੇ ਮਾਏ। ਤੇ ਹੇ ਮੇਰੀ ਮਾਂ, ਕੋਈ ਐਸਾ ਹੈ ਜਿਹੜਾ ਮੈਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦੇਵੇ। ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਜਾਤਸਰੀ ਰਾਗ ਦੇ ਵਿੱਚ,
कोई जन हर स्यों देवै जोर, चरण गहों बकोश बरसना, दीजै प्राण आकोर। कोई ऐसा है जिहड़ा मैनू परमात्मा दे नाल जोड़े, कोई दिन हर स्यों देवै जोर। तो जे कोई मिल जे की करांगे, चरण गहों बकोश बरसना, मैं उसदे चरण पकड़ लवां, मैं रसना तो उसका धन्नवाद करा। दीजै प्राण आकोर, ते अपने प्राणा की पूंजी भी सारी उसनू सौंप देवां। साहब जी अगे बख्शिश कर रहे ने, अस्सू दे महीने दे विच बचन ने गुरु साहब जी दे, आओ प्यार नाल सरवण करो। संत सहाई प्रेम के, हों तिनकै लागा पाए। गरीब नवाज सतगुरु साहब जी फिर दसदे ने, कहंदे ने भी जेड़े संत ने, जेड़ा जन है, जेड़ा उस दे नाल जुड़िया, संत तो भावे नहीं कोई लंबे चोले वाला, कोई गोल दस्तार वाला नहीं। जदों आपां गुरु की हजूरी दे विच बैठदे आ ना जी, सतसंगत करदे आ, ते पता नहीं किन्ने क गुरु की बख्शिश वाले बैठे होंदे ने। ਉਹਦੇ ਵਿੱਚੋਂ संत कोई बच्चा भी हो सकता है, संत कोई बीबी, कोई भैन, कोई बच्ची, कोई बजुर्ग भी हो सकता है, जिहदी साध संगत जी अवस्था बन गई है। देखो वो भी संतां दी लिस्टां च आ गए ना, राम जपो जी ऐसे ऐसे, ध्रुव प्रहलाद जपियो हर जैसे। जिवें भगत ध्रुव ने जपिया, जिवें भगत प्रहलाद ने जपिया। ते दास इत्थे अर्ज करदा जावे, बड़ा वड्डा महान उपराला गुरबाणी दे नाल जोड़न दा, गुरमत दे नाल जोड़न दा, अकाल चैनल दा, भी जिहड़ा हर महीने ये समागम रखना, इस तो भाव की है। मैं गुरु दे बचनां दा ही सांझ पावांगा। जे ही रुत काया सुख तेहा, ते हो जे ही देही। साहब जी बचन करते हैं भी जिस तरह की रुत होवे ना जी, जिस तरह का मौसम होवे, जे ही रुत काया सुख तेहा। ये साडा शरीर दी आ जिहड़ा शरीर है ना जी, उस तरह का ही सुख अनुभव करदा। ते हो जे ही देही, जे गर्मी है तो गर्मी ये अनुभव करेगा, जे सर्दी है तो सर्दी, क्योंकि शरीर का सुभाव है ना जी। गरीब नवाज सतगुरु जी बख्शिश करते हैं, इस करके महीनों का उपदेश दे के, संत सहाई प्रेम के, हों तिनकै लागा पाए। गुरु नानक साहब जी का आप जी ने 550 साला अवतार दिहाड़ा बड़ी शरधा दे नाल मनाया। ते उस गुरु की गल करदे होया, गुरु साहब जी के जीवन तो संबंधित वलैत वाली साखी जिहड़ी है ना जी, उसका नाम ही वलैत वाली साखी है। उस दे विच एक जिक्र मिलता है कि धन गुरु नानक साहब जी महाराज जगत के मालक सतगुरु जी नाल भाई मरदाना जी गुरबाणी का कीर्तन कर रहे ने, ते एक जग्यासू गुरबाणी का कीर्तन सुन के इन्ना प्रभावित होया महाराज तो, कि पहला उसके जीवन का मार्ग गलत रस्ता सी, पर जिस दिन गुरु के बोल कन्नां दे विच पै गए, गुरु का शब्द सुन लिया, उस दिन तो गुरु नानक साहब जी महाराज की संगत दे विच आना शुरू कर दिता। महाराज की संगत करदा है, गुरबाणी का कीर्तन हुंदा है, ते जो भी होर सेवा भाव है वो करदा है। ते इस साखी दे विच जिक्र आंदा है कि इसका एक होर मित्र है, इसका एक होर दोस्त है। पहला जदों इकट्ठे आंदे सन तां दोनों का मार्ग सही नहीं सी, पर यह आ गया गुरु नानक की संगत दे विच, ते यह अपने दूसरे दोस्त नूं भी कहंदा है कि आ देख एक संत आए ने, एक महात्मा आए ने, एक महापुरख आए ने, मैं उन्हां दी संगत दे विच जाना। ते कहन लगा भी मैं चाहना भी तू भी उन्हां दी संगत कर, तू भी मेरे नाल चल।
ਤੇ ਉਹ ਕਹਿਣ ਲੱਗਾ ਵੀ ਸੰਗਤ ਕਰਨ ਨਾਲ ਕੁਝ ਨਹੀਂ ਹੋਣਾ, ਸੰਗਤ ਦੇ ਵਿੱਚੋਂ ਕੀ ਮਿਲਣਾ ਹੈ, ਉਹਨਾਂ ਦੇ ਦਰਸ਼ਨ ਕਰਿਆ ਕੀਤਿਆਂ ਕੀ ਮਿਲਣਾ ਹੈ। ਹੁਣ ਜਿਹੜਾ ਗਲਤ ਮਾਰਗ ਤੇ ਚੱਲਦਾ ਨਾ, ਜਿਹੜਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਪਿਆ ਹੋਇਆ ਹੈ, ਉਹ ਇਹਨੂੰ ਵੀ ਮਨਾ ਕਰਦਾ ਹੈ ਵੀ ਤੂੰ ਵੀ ਉੱਥੇ ਜਾਣਾ ਛੱਡ ਦੇ, ਤੂੰ ਮੇਰੇ ਨਾਲ ਚੱਲ। ਕਹਿਣ ਲੱਗਾ ਵੀ ਉੱਥੋਂ ਕੀ ਮਿਲੇਗਾ, ਦੇਖ ਮੈਂ ਦੂਸਰੇ ਰਸਤੇ ਤੇ ਜਾਣਾ, ਮੈਨੂੰ ਖੁਸ਼ੀ ਮਿਲਦੀ ਹੈ, ਮੈਨੂੰ ਖੇੜਾ ਮਿਲਦਾ ਹੈ, ਵਿਸ਼ਿਆਂ ਵਿਕਾਰਾਂ ਨਸ਼ਿਆਂ ਦੇ ਵਿੱਚ ਪਿਆ ਹੋਇਆ ਮਨੁੱਖ, ਪਰ ਤੈਨੂੰ ਕੀ ਮਿਲਦਾ ਹੈ। ਕਹਿੰਦੇ ਨੇ ਵੀ ਇੱਕ ਦਿਨ ਜਿਹੜਾ ਗੁਰੂ ਨਾਨਕ ਦੀ ਸੰਗਤ ਕਰਦਾ ਹੈ ਨਾ ਜੀ, ਉਸਨੇ ਇਸ ਨੂੰ ਬਹੁਤ ਹੀ ਪਿਆਰ ਦੇ ਨਾਲ ਆਖਿਆ ਵੀ ਤੂੰ ਇੱਕ ਦਿਨ ਮੇਰੇ ਨਾਲ ਜ਼ਰੂਰ ਚੱਲ, ਗੁਰੂ ਬਾਬੇ ਦੇ ਦਰਸ਼ਨ ਤਾਂ ਕਰ ਗੁਰੂ ਨਾਨਕ ਦੇ, ਵੀ ਚੱਲ ਤੂੰ ਮੱਥਾ ਵੀ ਨਾ ਟੇਕੀ ਉਹਨਾਂ ਨੂੰ, ਤੂੰ ਆਪਣਾ ਸਿਰ ਵੀ ਨਾ ਝੁਕਾਈ, ਤੂੰ ਨਮਸਕਾਰ ਵੀ ਨਾ ਕਰੀ, ਤੂੰ ਉਹਨਾਂ ਦੇ ਅੱਗੇ ਕੁਝ ਰੱਖ ਕੇ ਵੀ ਮੱਥਾ ਨਾ ਟੇਕੀ, ਪਰ ਇੱਕ ਵਲੀ ਤਾਂ ਮੇਰੇ ਨਾਲ ਚੱਲ। ਤਾਂ ਵਲਾਇਤ ਵਾਲੀ ਸਾਖੀ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਉਸਨੇ ਆਖਿਆ ਵੀ ਤੂੰ ਜਾਣਾ ਤੇ ਤੂੰ ਜਾ, ਤੂੰ ਮੈਨੂੰ ਨਾ ਇਸ ਪਾਸੇ ਦੇ ਵੱਲ ਤੋਰ, ਮੈਂ ਇਹਨਾਂ ਗੱਲਾਂ ਦੇ ਵਿੱਚ, ਮੈਂ ਰੱਬ ਤੇ ਮੈਂ ਗੁਰੂ ਤੇ ਭਰੋਸਾ ਨਹੀਂ ਰੱਖਦਾ, ਨਾਸਤਕ ਹਾਂ। ਨਹੀਂ ਮੰਨਿਆ ਜੀ। ਤੇ ਦੋਨਾਂ ਨੇ ਫਿਰ ਕੀ ਕੀਤਾ, ਉਸ ਸਾਖੀ ਦੇ ਵਿੱਚ ਜ਼ਿਕਰ ਮਿਲਦਾ ਹੈ, ਕਹਿਣ ਲੱਗੇ ਵੀ ਇੰਜ ਕਰਦੇ ਹਾਂ ਵੀ ਆਪਾਂ ਅੱਜ ਇੱਕ ਪਰਖ ਕਰ ਲੈਂਦੇ ਹਾਂ ਵੀ ਤੂੰ ਆਪਣੇ ਗੁਰੂ ਦੇ ਦਰ ਤੇ ਜਾ ਤੇ ਮੈਂ ਜਿੱਧਰ ਜਾਣਾ ਮੈਂ ਉੱਧਰ ਜਾਣਾ, ਦੇਖਨੇ ਆ ਵੀ ਕਿਸ ਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ। ਕਹਿੰਦੇ ਨੇ ਵੀ ਜਦੋਂ ਆਉਂਦੇ ਨੇ ਇਕੱਠੇ ਆਉਂਦੇ ਨੇ ਤੇ ਅੱਗੇ ਜਾ ਕੇ ਰਸਤੇ ਬਦਲੀ ਹੋ ਜਾਂਦੇ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੇ ਵਿੱਚ ਆ ਜਾਂਦਾ ਤੇ ਇੱਕ ਆਪਣੇ ਵਿਸ਼ਿਆਂ ਵਿਕਾਰਾਂ ਵੱਲ ਚਲੇ ਜਾਂਦਾ। ਤੇ ਹੋਇਆ ਕਿ ਜਿਹੜਾ ਗਲਤ ਮਾਰਗ ਤੇ ਜਿਹੜਾ ਵਿਸ਼ਿਆਂ ਵਿਕਾਰਾਂ ਵਿੱਚ ਪਿਆ ਹੋਇਆ, ਉਹ ਜਦੋਂ ਵਾਪਸ ਆ ਰਿਹਾ ਸੀ, ਠੇਡਾ ਲੱਗਾ, ਡਿੱਗਿਆ ਤੇ ਕੀ ਦੇਖਿਆ, ਪੱਥਰ ਦੇ ਥੱਲੇ ਇੱਕ ਗਾਗਰ ਹੈ। ਗਾਗਰ ਦੇਖੀ, ਮੂੰਹ ਖੋਲਿਆ ਤੇ ਗਾਗਰ ਦੇ ਵਿੱਚੋਂ ਉਸ ਨੂੰ ਇੱਕ ਸੋਨੇ ਦੀ ਮੋਹਰ ਮਿਲ ਗਈ। ਥੱਲੇ ਦੇਖਿਆ ਤਾਂ ਥੱਲੇ ਉਹ ਕੋਲਿਆਂ ਦੀ ਭਰੀ ਹੋਈ, ਤੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਮੈਨੂੰ ਸੋਨੇ ਦੀ ਮੋਹਰ ਮਿਲ ਗਈ ਹੈ। ਤੇ ਇੱਧਰੋਂ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੇ ਵਿੱਚ ਜਾਂਦਾ ਸੀ, ਇਹ ਜਦੋਂ ਗੁਰੂ ਬਾਬਾ ਜੀ ਦੀ ਸੰਗਤ ਕਰਕੇ ਵਾਪਸ ਆਇਆ, ਵਾਪਸ ਆ ਰਿਹਾ ਸੀ, ਦੋਨਾਂ ਨੇ ਇੱਕ ਜਗ੍ਹਾ ਮਿੱਥੀ ਹੋਈ ਸੀ ਵੀ ਇੱਥੇ ਜਗ੍ਹਾ ਤੇ ਮਿਲਾਂਗੇ ਆਪਾਂ ਤੇ ਆ ਕੇ ਦੱਸਾਂਗੇ। ਤੇ ਇਸ ਨੂੰ ਇੱਕ ਕਿੱਕਰ ਦੀ ਬਹੁਤ ਵੱਡੀ ਸੂਲ ਜਿਹੜੀ ਸੀ ਇਸ ਦੇ ਪੈਰ ਦੇ ਵਿੱਚ ਲੱਗ ਗਈ। ਅੱਜ ਤੇ ਸ਼ਾਇਦ ਬੱਚਿਆਂ ਨੂੰ ਪਤਾ ਨਹੀਂ, ਕਿੱਕਰ ਵੀ ਘਟ ਗਏ ਨੇ, ਇਹ ਬੜੀਆਂ ਖਤਰਨਾਕ ਹੁੰਦੀਆਂ ਸਨ, ਪੀੜਾ ਸਹੀ ਨਹੀਂ ਸੀ ਜਾਂਦੀ। ਬਹੁਤ ਵੱਡੀ ਸੂਲ ਜਦੋਂ ਇਸ ਦੇ ਪੈਰ ਦੇ ਵਿੱਚ ਲੱਗ ਗਈ, ਅੱਡੀ ਦੇ ਵਿੱਚ ਲੱਗ ਗਈ, ਬੜੀ ਮੁਸ਼ਕਿਲ ਦੇ ਨਾਲ ਅੱਡੀ ਨੂੰ ਕੱਢਿਆ ਤੇ ਲੰਗੜਾਉਂਦਾ ਹੋਇਆ ਜਦੋਂ ਉੱਥੇ ਦੋਨੇ ਇਕੱਠੇ ਹੋਏ ਤੇ ਦੋਨੇ ਆਪਸ ਵਿੱਚ ਦੱਸਦੇ ਨੇ, ਜਿਹੜਾ ਗਲਤ ਮਾਰਗ ਤੇ ਜਾ ਰਿਹਾ ਸੀ, ਸੰਤ ਸਹਾਈ ਪ੍ਰੇਮ ਕੇ ਹੁਣ ਤਨ ਕਹਿ ਲਾਗੋ ਪਾਏ, ਕਿਵੇਂ ਜਿਹੜਾ ਆਪ ਜੁੜਿਆ ਜੋੜ ਦਿੰਦਾ ਹੈ। ਦੋਨੇ ਦੱਸਦੇ ਨੇ ਤੇ ਜਿਹੜਾ ਗਲਤ ਪਾਸੇ ਵਿਸ਼ਿਆਂ ਵਿਕਾਰਾਂ ਵਿੱਚ ਪਿਆ ਹੋਇਆ ਸੀ, ਉਸਨੇ ਦੱਸਿਆ ਵੀ ਆ ਦੇਖ ਮੈਨੂੰ ਮੋਹਰ ਮਿਲੀ ਹੈ, ਬੜਾ ਖੁਸ਼। ਤੇ ਦੇਖਿਆ ਨਾ, ਤੈਨੂੰ ਮੈਂ ਕਿਹਾ ਸੀ ਵੀ ਛੱਡ, ਤੂੰ ਸਤ ਸੰਗਤ ਕੀ ਕਰਨੀ ਹੈ, ਤੂੰ ਬਾਬੇ ਦੀ ਸੰਗਤ ਵਿੱਚ ਜਾ ਕੇ ਕੀ ਲੈਣਾ ਹੈ, ਤੇ ਆ ਦੇਖ ਮੈਨੂੰ ਮੋਹਰ ਮਿਲੀ ਹੈ ਤੇ ਤੈਨੂੰ ਕੀ ਮਿਲਿਆ। ਤੇ ਉਹਨੇ ਦੱਸਿਆ, ਕਹਿ ਲੱਗਾ ਜੀ ਆ ਦੇਖ ਮੇਰੇ ਤੇ ਪੈਰ 'ਚ ਕੰਡਾ ਲੱਗ ਗਿਆ ਸੀ, ਤੇ ਕਹਿੰਦਾ ਹੋਰ ਸਤ ਸੰਗਤ ਵਿੱਚ ਜਾ, ਤੈਨੂੰ ਕਿਹਾ ਸੀ ਵੀ ਉੱਥੋਂ ਕੁਝ ਨਹੀਂ ਮਿਲਣਾ। ਹੁਣ ਜਿਹੜਾ ਜਗਿਆਸੂ ਸੀ, ਜੁੜਿਆ ਹੋਇਆ ਸੀ, ਉਹ ਕਹਿਣ ਲੱਗਾ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਅਸੀਂ ਬਾਬੇ ਦੇ ਕੋਲ ਚੱਲੀਏ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕੋਲ ਚੱਲੀਏ ਤੇ ਉਹਨਾਂ ਨੂੰ ਜਾ ਕੇ ਪੁੱਛਦੇ ਹਾਂ ਵੀ ਤੈਨੂੰ ਸੋਨੇ ਦੀ ਮੋਹਰ ਮਿਲੀ ਹੈ ਤੇ ਮੈਨੂੰ ਕੰਡਾ ਲੱਗਾ ਹੈ, ਵੀ ਇਹਦੇ ਵਿੱਚ ਰਾਜ ਕੀ ਹੈ। ਦੋਨੇ ਚਲੇ ਜਾਏਗੀ ਗੁਰੂ ਬਾਬਾ ਜੀ ਦੇ ਸੰਗਤ ਦੇ ਵਿੱਚ, ਤੇ ਗੁਰੂ ਬਾਬਾ ਜੀ ਕੋਲੋਂ ਪੁੱਛ ਕਰਦਾ, ਉਹ ਜਗਿਆਸੂ ਦੱਸਦਾ ਵੀ ਮਹਾਰਾਜ ਦੇਖੋ ਮੈਂ ਤੁਹਾਡੇ ਦਰ ਤੇ ਰੋਜ਼ ਆਨਾ, ਮੈਨੂੰ ਇਹ ਦੁੱਖ ਮਿਲਿਆ ਤੇ ਇਹ ਰੋਜ਼ ਗਲਤ ਪਾਸੇ ਜਾਂਦਾ, ਇਹਨੂੰ ਸੋਨੇ ਦੀ ਮੋਹਰ ਮਿਲੀ। ਤੇ ਗੁਰੂ ਬਾਬਾ ਜੀ ਨੇ ਫਿਰ ਦੱਸਿਆ, ਜਿਹਨੂੰ ਸੋਨੇ ਦੀ ਮੋਹਰ ਮਿਲੀ ਨਾ, ਜਿਹੜਾ ਗਲਤ ਪਾਸੇ ਜਾਂਦਾ ਸੀ, ਮਹਾਰਾਜ ਕਹਿਣ ਲੱਗੇ ਇਸ ਦੇ ਚੰਗੇ ਕਰਮ ਸਨ, ਚੰਗੇ ਪੁੰਨ ਦਾਨ ਇਹਨੇ ਕੀਤੇ ਸਨ, ਇਸ ਨੂੰ ਗਾਗਰ ਸੋਨੇ ਦੀ ਭਰੀ ਹੋਈ ਗਾਗਰ ਮਿਲਣੀ ਸੀ, ਮੋਹਰਾਂ ਦੀ ਜਿਹੜੀ ਗਾਗਰ ਸੀ ਨਾ ਉਹ ਭਰੀ ਹੋਈ ਮਿਲਣੀ ਸੀ, ਪਰ ਜਿਹੜੇ ਇਹਦੇ ਚੰਗੇ ਕਰਮ ਸਨ ਉਹ ਸਾਰੇ ਕੁਸੰਗਤ ਵਿੱਚ ਜਾਣ ਕਰਕੇ ਸੜ ਗਏ
ਤੇ ਸੜਨ ਦੇ ਕਰਕੇ ਸਿਰਫ ਇੱਕ ਮੋਹਰ ਰਹਿ ਗਈ ਪਈ, ਇਹ ਵੀ ਜਿਹੜੀ ਤੇਰੀ ਸਤਸੰਗਤ ਕਰਦਾ ਉਹਦੇ ਕਰਕੇ ਇਹਦਾ ਥੋੜਾ ਜਿਹਾ ਇਹ ਕਰਮ ਬਚ ਗਿਆ, ਨਹੀਂ ਤੇ ਇਸ ਨੂੰ ਆ ਸੋਨੇ ਦੀ ਮੋਹਰਾਂ ਦੀ ਭਰੀ ਹੋਈ ਗਾਗਰ ਮਿਲਣੀ ਸੀ, ਉਹ ਇਹਦੇ ਨਸ਼ਟ ਹੋ ਗਏ। ਤੇ ਗੁਰੂ ਬਾਬਾ ਜੀ ਉਸ ਜਗਿਆਸੂ ਨੂੰ ਦੱਸਦੇ ਨੇ, ਕਹਿਣ ਲੱਗੇ ਵੀ ਤੂੰ ਬੜੇ ਮਾੜੇ ਕਰਮ ਕੀਤੇ ਸਨ, ਬੜਾ ਮਾੜਾ ਬੀਜਿਆ ਸੀ, ਪੁੰਨ ਤੇਰੇ ਬੜੇ ਮਾੜੇ ਸਨ, ਤੇ ਤੂੰ ਜੇ ਇਹਦੀ ਸੰਗਤ ਦੇ ਵਿੱਚ ਹੀ ਜਾਂਦਾ ਰਹਿੰਦਾ, ਤੇਰੇ ਕੋਲ ਇੱਕ ਕਤਲ ਹੋ ਜਾਣਾ ਸੀ ਤੇ ਤੈਨੂੰ ਸੂਲੀ ਤੇ ਚਾੜਿਆ ਜਾਣਾ ਸੀ। ਤੇ ਉਹ ਸੂਲੀ ਦੀ ਜਗ੍ਹਾ ਸੂਲ ਦੇ ਵਿੱਚ ਬਦਲ ਕੇ ਤੇ ਆ ਕਿੱਕਰ ਦਾ ਇੱਕ ਕੰਡਾ ਹੀ ਲੱਗਾ, ਤੇ ਇਹਦੇ ਕਰਕੇ ਤੇਰਾ ਇਹ ਬਚਾਅ ਹੋ ਗਿਆ, ਕਿਉਂਕਿ ਤੂੰ ਹੁਣ ਸਤਸੰਗਤ ਕਰਨ ਲੱਗ ਪਿਆ। ਤੇ ਜਿਹੜਾ ਉਹ ਦੂਸਰਾ ਸੀ ਨਾ ਜੀ, ਉਹ ਵੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਸਤਿਗੁਰੂ ਸਾਹਿਬ ਜੀ ਨੂੰ ਕੀਤੀ ਨਮਸਕਾਰ ਪ੍ਰਣਾਮ ਕੀਤੀ ਕਿ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਵੇ ਸਤਿਗੁਰੂ ਜੀ ਮੇਰੇ ਪਿਛਲੇ ਔਗਣ ਬਖਸ਼ ਦਿਓ ਤੇ ਅੱਗੇ ਮੈਨੂੰ ਮਾਰਗ ਦੀ ਜੀਵਨ ਦਾ ਮਾਰਗ ਦੱਸੋ। ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਸਾਹਿਬ ਜੀ ਦੇ ਬਚਨ ਹਨ, ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾ ਪਾਏ। ਮੈਂ ਉਹਨਾਂ ਦੇ ਪੈਰ ਪਕੜਦਾ, ਉਹਨਾਂ ਨੂੰ ਨਮਸਕਾਰ ਕਰਦਾ, ਪ੍ਰਣਾਮ ਕਰਦਾ, ਜਿਹੜੇ ਇਸ ਮਾਰਗ ਤੇ ਚੱਲ ਪਏ ਨੇ। ਕੋਈ ਆਵੇ ਸੰਤੋ ਮੇਰਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖਲਾਵੇ, ਹੁਣ ਤਿਸ ਜਨ ਕੇ ਮਲ ਮਲ ਧੋਵਾਂ ਪਾਓ। ਸਾਹਿਬ ਜੀ ਕਹਿੰਦੇ ਨੇ ਕੋਈ ਐਸਾ ਮਿਲ ਜੇ ਜਿਹੜਾ ਜੁੜਿਆ ਹੋਵੇ। ਅੱਗੇ ਸਾਹਿਬ ਜੀ ਅੱਸੂ ਦੇ ਮਹੀਨੇ ਦਾ ਉਪਦੇਸ਼ ਦਿੰਦੇ ਨੇ, ਵਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਜਾਏ ਤੂੰ ਭਾਵੇਂ ਜਗ੍ਹਾ, ਪ੍ਰਭੂ ਤੂੰ ਬਿਨਾਂ ਕਿਵੇਂ ਕੋਈ ਸੁਖੀ ਹੋ ਸਕਦਾ ਹੈ। ਬੜਿਆਂ ਨੇ ਛਾਲਾਂ ਮਾਰੀਆਂ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਪਰ ਜਿਹੜੇ ਪ੍ਰਭੂ ਜੀ ਦੇ ਨਾਲ ਜੁੜ ਗਏ ਨਾ, ਕਈਆਂ ਕੋਲ ਧਨ ਬੜਾ ਹੈ, ਮਾਇਆ ਬੜੀ ਹੈ, ਧਨ ਦਾ ਕੋਈ ਪਤਾ ਹੀ ਨਹੀਂ, ਕਿਹੜੇ ਬੈਂਕ ਵਿੱਚ ਕਿੰਨਾ ਪਿਆ ਹੈ, ਕਿੰਨੀ ਕੁ ਹੈ, ਜ਼ਮੀਨ ਜਾਇਦਾਦ ਬੜੀ ਹੈ, ਪਰ ਸੁੱਖ ਨਹੀਂ। ਪਰ ਇੱਕ ਉਹ ਨੇ ਜਿਨ੍ਹਾਂ ਕੋਲ ਧਨ ਦੀ ਕੋਈ ਬਹੁਤਾਤ ਨਹੀਂ, ਬੜੀ ਮੁਸ਼ਕਿਲ ਦੇ ਨਾਲ ਜੀਵਨ ਦਾ ਗੁਜ਼ਾਰਾ ਹੁੰਦਾ ਹੈ, ਪਰ ਉਹ ਕਹਿੰਦੇ ਨੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਪ੍ਰਭੂ ਦੀ ਪਰਮਾਤਮਾ ਦੀ ਸੇਵਾ ਦੇ ਵਿੱਚ ਹੈ, ਉਹ ਰਾਜ ਭਾਗ ਦੇ ਵਿੱਚ ਨਹੀਂ। ਵਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਭਾਈ ਪ੍ਰਭੂ ਤੋਂ ਬਿਨਾਂ ਸੁਖ ਨਹੀਂ, ਹੋਰ ਕੋਈ ਜਗ੍ਹਾ ਨਹੀਂ। ਜੇ ਸੁਖੀ ਹੋਣਾ ਚਾਹੁੰਦਾ ਹੈ, ਜੇ ਸੁਖ ਕੋ ਚਾਹੈ ਸਦਾ, ਸਰਨ ਰਾਮ ਕੀ ਲਹਿ ਸਦਾ। ਜੇ ਤੂੰ ਚਾਹਨਾ ਪੇ ਤੇਰਾ ਜੀਵਨ ਸਦਾ ਹੀ ਸੁਖੀ ਬਣਿਆ ਰਹੇ, ਤਾਂ ਤੂੰ ਵਾਹਿਗੁਰੂ ਦੀ ਸ਼ਰਨ ਲੈ, ਵਾਹਿਗੁਰੂ ਦੀ ਓਟ ਤੇ ਆਸਰਾ ਲੈ। ਫਿਰ ਅੱਗੇ ਸਾਹਿਬ ਜੀ ਬਚਨ ਕਰਦੇ ਨੇ, ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਜੀ ਵਾਹਿਗੁਰੂ ਜੀ ਦੇ ਪ੍ਰੇਮ ਰਸ ਨੂੰ ਚਖ ਲਿਆ, ਰਾਮ ਰਸ ਪੀਆਰੇ, ਜੇ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੇ ਇਸ ਰਸ ਨੂੰ ਚਖਿਆ ਨਾ ਜੀ, ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਨੂੰ, ਪ੍ਰਭੂ ਦੀ ਪ੍ਰੇਮਾ ਭਗਤੀ ਨੂੰ, ਪ੍ਰਭੂ ਦੇ ਸਿਮਰਨ ਨੂੰ, ਸੇ ਤ੍ਰਿਪਤ ਰਹੇ ਆਗਾਏ। ਆਗਾਏ ਤੋਂ ਭਾਵ ਰਾਜਨ, ਤ੍ਰਿਪਤ ਹੋ ਗਈ, ਉਹ ਮਨੁੱਖਤਾ ਰੱਜ ਜਾਂਦੇ ਨੇ। ਤਿੰਨਾ ਭੁੱਖ ਨਾ ਕਰ ਰਹੀ, ਜਿਸ ਕਾ ਪ੍ਰਭ ਹੈ ਸੋਏ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦਾ ਉਹ ਪ੍ਰਭੂ ਹੈ, ਪਰਮਾਤਮਾ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਭੁੱਖ ਰਹਿੰਦੀ ਨਹੀਂ। ਦੁੱਖ ਭੁੱਖ ਨਾ ਵਿਆਪੀ, ਦੁੱਖ ਤੇ ਭੁੱਖ ਉਹਨਾਂ ਦੀ ਚਲੇ ਗਈ। ਸੇ ਤ੍ਰਿਪਤ ਰਹੇ ਆਘਾਏ, ਤੇ ਐਸੇ ਮਨੁੱਖ ਤ੍ਰਿਪਤ ਹੋ ਗਏ, ਐਸੇ ਮਨੁੱਖ ਰੱਜ ਗਏ। ਤੇ ਵਾਹਿਗੁਰੂ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਕਿਧਰੇ ਸਾਨੂੰ ਵੀ ਰੱਜ ਆ ਜਾਵੇ,
किधरे सानू भी संतोख आ जाए, पर असी रजदे हाँ। कहते ने एक बहुत बड़ा सेठ ते उसने एक दिन अपने मुंशी नूं कहा भी जरा के हिसाब किताब लगा के दस भी मेरे कोल किन्ना क पैसा है, किन्ना क धन है। तो कहते ने पुछदा मुंशी कह लगा भी मैनू थोड़ा समा दवो, मैं हिसाब किताब करके दस देवांगा। तो जो दूसरे तीसरे दिन हिसाब किताब किया, मुंशी ने दसिया तो कह लगा सेठ जी तुहाडे कोल इन्ना क पैसा है कि जेकर तुहाडियां 10 पुश्तां भी बैठ के खान ना जी तो तुहाडे कोल वो पैसा मुक नहीं सकता। तुहाडियां 10 पुश्तां वेलियां बैठ के खा सकदियां ने। तो कहंदे ने कि वो जिहड़ा सेठ सी वो रोन लग पिया। तो मुंशी बड़ा हैरान होया, कहन लगा भी सेठ जी तुहानू तो खुश होना चाहिए सी भी तुहाडियां 10 पुश्तां जिहड़ियां वो बैठ के खा सकदियां ने, तुहाडे कोल इतना धन है ते तुसी रोन लग पे। तो शाहूकार कह लगा रोया मैं इस करके हाँ भी मेरी 11वीं पीढ़ी का की बनेगा, 11वीं पुश्त का की बनेगा। हुण जिहड़ा वजीर सी, जिहड़ा मुंशी सी, उसनूं पता भी मेरे कोलों जे मैं समझाना चाहे तो इसने समझना नहीं। कह लगा भी सेठ जी आपां इस तरह करदे हां, एक फकीर है, एक साधु है, बड़ा पुज्जा होया फकीर है, ते आपां उहदे कोल चल रहे हां, उहनूं कोई तूं धन पदार्थ कुछ होर कोई चीज़ वस्तु तू उसनूं भेटा कर ते वो तेरी अरदास करेगा। ते कहंदे ने शाहूकार मन गया। ते शाहूकार मन के कुछ इसने दालां चावल आटा कुछ रस्ता नाल लईआं ते उस फकीर दे कोल आ गए। ते उस फकीर दे कोल आके जदों ये शाहूकार मत्था टेकन लगा ते इस मुंशी ने, इस वजीर ने दसिया भी ये बहुत बड़ा शाहूकार है, बहुत बड़ा सेठ है ते ये तुहाडे कोल आया है, इहदे कोल अरदास करो, इहदे वास्ते अरदास करो। आ कुछ रस्ता पानी लैके आया है ते इहदी अरदास ये करनी है भी इहदे कोल तकरीबन 10 पुश्तां दे वास्ते तां है भी इहदी 11वीं पुश्त जिहड़ी है वो भी रज के खा सके। तो जिहड़ा फकीर सी ना जी, रंग दे विच रंगिया होया, कहन लगा भी जरा रुको। उसने अपने घर वाली नूं बुलाया ते कहन लगा भागां वालीए, ये सेठ जी आए ने, ये शाहूकार आए ने ते ये कुछ राशन लैके आए ने, कुछ रस्ता लैके आए ने ते आपां नूं चाहीदा। ते जिहड़ी घर वाली सी ना, उस फकीर दी घर वाली, उस महात्मा दी घर वाली, ते उसने कहना कीता कि फकीर साईं अज वास्ते घर दे विच बहुत है, लोड़ नहीं। ते उस फकीर ने उस शाहूकार नूं, उस सेठ नूं कह दिता भी मैनू आ तेरा आटा दाल चावल ये रस्ता नहीं चाहिदियां, अज वास्ते मेरे कोल बहुत है। तो वो शाहूकार वो सेठ कह लगा भी तेरे कोल अज वास्ते बहुत है तो तू कल वास्ते रख लै। ते उसने कहना कीता, फकीर ने कहना कीता, कहना मैं कल वास्ते नहीं, जिसने अज दिता वो कल भी देवेगा। जिस परमात्मा ने अज खान नूं दिता है ना, वो मैनू कल भी देवेगा। ते जिहड़ा वो शाहूकार सी, जिहड़ा सेठ सी, जिस दे कोल 10 पुश्तां दे वास्ते पैसा जमा सी, धन जमा सी, पे 10 पुश्तां बैठ के खा सकदियां ने, चरना ते ढह पिया। कह लगा भी तुहानू रब ते इन्ना भरोसा है भी जिहड़ा अज दिता जिसने वो कल भी देवेगा। तू कल वास्ते नहीं लै रहा, तू कल वास्ते नहीं जमा कर रहा। ते अपनी मूर्खता ते उसनू आप ही एहसास हो गया भी मैं तो बहुत वड्डा मूर्ख हाँ कि 10 पुश्तां वास्ते है तो मैं 11वीं पुश्त का भी सोच रहा। सो गुरु साहब जी बचन करते ने, रहमत करते ने इस पावन पवित्र शब्द के अंदर। साहब जी बख्शिश करें, जिन्नी चाखिया प्रेम रस से तृप्त रहे आघाए। वो तृप्त हो गए, वो रज गए। जिन्हां दी ऐसी अवस्था बन गई
आप त्याग बिनती करे, लिहो प्रभु लड़ लाए। ते ओ आपा त्याग के, आपा गवा के, अपनी हौमा छड्ड के, अपना हंकार छड्ड के ते प्रभु परमात्मा जी दे चरणां दे विच अरदास करदे ने, प्रार्थना करदे ने कि हे प्रभु जी, हे वाहिगुरु जी, सानू अपने लड़ लगा लवो। जो हर कंत मिलाइया, से विछड़ कतह ना जाए। ਸਾਹਿਬ जी बख्शिश करते हैं जिन्हां नूं प्रभु परमात्मा ने अपने नाल मिला लिया, वो फिर कभी भी परमात्मा दे नालों विछड़दियां नहीं। जिवें जीव इस्त्री का पति दे नाल मिलाप हो गया, पर यह जिहड़ा मिलाप है थोड़े समय का है, एक दिन विछोड़ा है। मौत ऐसी है जो पति और पत्नी की सांझ नूं तोड़ दिंदी है। कोई होर कारण ना बने, पति और पत्नी की सांझ मौत करके टुट जाती है। पर साहब जी कहते हैं जो प्रभु परमात्मा कंत दे नाल मिल गए, वो कदी भी फिर विछड़ते नहीं। प्रभ बिन दूजा को नहीं, नानक हर सरनाए। हे प्रभु जी, हे वाहिगुरु जी, तुहाडे तो बिना दूसरा होर कोई नहीं, ते असी तुहाडी शरण दे विच आए हाँ। असू सुखी वसंदियां, जिन्ना मिया हर राय। अस्सू दे महीने का उपदेश संदेश मेरे साहब जी बख्शिश करते हैं कि अस्सू दे महीने दे विच ओ सुखी वसदियां ने, उन्हां दा जीवन सुखदाई बनता है, उन्हां दा जीवन शोभनिक बनता है। जिन्ना मिया हर राय, मिया तू भावे किरपा, जिन्हां ते हरी परमात्मा वाहिगुरु की किरपा होगी, वो अपना सुखी जीवन बतीत करदियां हन। सो सतगुरु जी किरपा करन, रहमत करन, साहब जी साडे ते भी आसी बख्शिश करन। यह लोक सुखीए परलोक सुहेले, नानक हर प्रभ आपे मेले। अस्सू का महीना अज प्रवेश किया है। समुचे संसार के वास्ते आपां अरदास बेनती करिए, जगत जलंदा रख लै, अपनी किरपा तहार, जित द्वारै उभरै, तितै लेहो उभार। साहब जी सारिया संगतां नूं ये महीना खुशियां दा लैके आवे, खेड़ियां दे नाल बतीत होवे, सरबत दे परिवारां विच सुख शांति खुशियां सतगुरु जी बख्शण। ते महाराज दे चरणां विच अरदास करिए, श्री हर कृष्ण ध्याईऐ, जिस डिठे सब दुख जाए। महाराज जी जो संसार दे अंदर ये भयानक रोग, ये भयानक बीमारी कोरोना वायरस महामारी फैली है, आप जी हथ दे के संसार दी रखिया करो जी। होइयां बेअंत भुलां दी खिमा कर देनी। आओ फतेह बुलाइए। वाहिगुरु जी का खालसा, वाहिगुरु जी की बोले सोने हाल सा